ਹੈਲੋ ਹਾਈ ਆਦਾਬ ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਹੋਸਟ ਪਰਮਿੰਦਰ ਕੌਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਚਲੰਤ ਮਸਲਿਆਂ ਤੇ ਟੀਕਾ ਟਿੱਪਣੀ। ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੀ ਸਵਾਗਤ ਬਰਨਾਲਾ ਤੋਂ ਸਾਡੇ ਸੀਨੀਅਰ ਪੱਤਰਕਾਰ ਵੀਰ ਜਗਸੀਰ ਸਿੰਘ ਕੁੰਤਰੀ ਜੀ ਦਾ। ਵੀਰ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਾਡੇ ਚੈਨਲ ਦੇ ਉੱਪਰ। ਪਰਮਿੰਦਰ ਗਰਚਾ ਪ੍ਰੋਡਕਸ਼ਨ ਟੀਵੀ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜਗਸੀਰ ਸਿੰਘ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਸਲਾਮ ਜੀ। ਜੀ ਵੀਰ ਜੀ। ਤੇ ਵੀਰ ਜੀ ਸਭ ਤੋਂ ਪਹਿਲਾਂ ਮੌਸਮ ਦੇ ਬਾਰੇ ਜਿਹੜੀ ਤੁਸੀਂ ਅਪਡੇਟ ਦਵੋ ਕਿ ਮੌਸਮ ਦੇ ਕੀ ਅਸਾਰ ਆ। ਬਿਲਕੁਲ ਮੌਸਮ ਹੈ ਜਿਹੜਾ ਪੰਜਾਬ ਦੇ ਵਿੱਚ ਮੀਂਹ ਦਾ ਮੌਸਮ ਚੱਲ ਰਿਹਾ। ਇੱਕ ਤਰ੍ਹਾਂ ਨਾਲ ਤੇਜ਼ ਹਵਾਵਾਂ ਵੀ ਆ ਪਿਛਲੇ ਦਿਨਾਂ ਤੋਂ, ਜਿਹੜਾ ਪਿਛਲੇ 24 ਘੰਟਿਆਂ ਦੇ ਵਿੱਚ ਕਈ ਜਗ੍ਹਾ ਤੇਜ਼ ਹਵਾ ਵੀ ਚੱਲੀ ਹੈਗੀ ਤੇ ਬਾਰਿਸ਼ ਹੈ ਜਿਹੜੀ ਉਹ ਹੋ ਰਹੀ ਹੈਗੀ। ਬਾਰਿਸ਼ ਦੇ ਨਾਲ ਜਿੱਥੇ ਕੁਝ ਲੋਕ ਇਸ ਮੌਸਮ ਨੂੰ ਸੁਹਾਵਣਾ ਮੌਸਮ ਮੰਨ ਰਹੇ ਨੇ, ਵਧੀਆ ਇਸ ਮੌਸਮ ਦੇ ਵਿੱਚ ਇੰਜੋਏ ਕਰ ਰਹੇ ਨੇ, ਉੱਥੇ ਜੀ ਜਿਹੜੇ ਕਿਸਾਨਾਂ ਦੀ ਕਣਕ ਜੀ ਮੰਡੀਆਂ ਦੇ ਵਿੱਚ ਪਈ ਹੈਗੀ ਉਹਨਾਂ ਨੂੰ ਇਹਦੀ ਪ੍ਰੋਬਲਮ ਵੀ ਆ ਰਹੀ ਹੈ। ਕਣਕ ਮੰਡੀਆਂ ਦੇ ਵਿੱਚ ਭਿੱਜ ਗਈ ਹੈ। ਸੋ ਦੋਨੇ ਤਰ੍ਹਾਂ ਦਾ ਹੈ। ਇਹਦੇ ਨਾਲ ਇਹ ਵੀ ਹੈ ਵੀ ਜਿਹੜਾ ਹੁਣ ਬਾਰਿਸ਼ ਹੋ ਰਹੀ ਹੈ ਇਹਦੇ ਨਾਲ ਜਿਹੜੀ ਕਣਕ ਦੀ ਫਸਲ ਵੱਢਣ ਤੋਂ ਬਾਅਦ ਜਿਹੜੇ ਖੇਤ ਆ ਉਹਨਾਂ ਨੂੰ ਵਾਹੁਣ ਦੇ ਲਈ ਜ਼ਿਮੀਂਦਾਰਾਂ ਨੂੰ ਫਾਇਦਾ ਹੋ ਜਾਣਾ ਗਾ, ਕਿਸਾਨਾਂ ਨੂੰ ਫਾਇਦਾ ਹੋਣਾ ਗਾ। ਜ਼ਮੀਨ ਹੈ ਜਿਹੜੀ ਉਹ ਦੇ ਨਾਲ ਇਹ ਬਾਰਿਸ਼ ਦੇ ਨਾਲ ਉਹਨਾਂ ਨੂੰ ਜ਼ਮੀਨ ਹੈ ਜਿਹੜੀ ਅਗਲੀ ਫਸਲ ਦੇ ਲਈ ਤਿਆਰ ਕਰਨ ਦੇ ਵਿੱਚ ਇਹ ਬਾਰਿਸ਼ ਹੈ ਜਿਹੜੀ ਸਹਾਈ ਹੋਊਗੀ। ਤੇ ਜੀ ਇਸ ਬਾਰਿਸ਼ ਦੇ ਨਾਲ ਜਿੱਥੇ ਮਤਲਬ ਇੱਕ ਤਰ੍ਹਾਂ ਦੇ ਨਾਲ ਕੁਝ ਲੋਕ ਆ ਜਿਹੜੇ ਮਤਲਬ ਖੇਤੀ ਕਣਕ ਹੈ ਜਿਹੜੀ ਅਜੇ ਮੰਡੀਆਂ ਦੇ ਵਿੱਚ ਪਈ ਹੈ ਜਾਂ ਕਿਤੇ ਟਾਮੀ ਕਿਤੇ ਵੱਢਣ ਵਾਲੀ ਵੀ ਰਹਿੰਦੀ ਆ, ਉਹਨੂੰ ਜ਼ਰੂਰ ਨੁਕਸਾਨ ਹੋਇਆ ਇਹਦੇ ਨਾਲ। ਤੇ ਪਰ ਇਹਦੇ ਨਾਲ ਦੂਸਰੇ ਪਾਸੇ ਜਿਹੜੀ ਸਾਡੇ ਮਾਲਵੇ ਖੇਤਰ ਦੀ ਗੱਲ ਕਰੀਏ, ਖਾਸ ਕਰਕੇ ਬਠਿੰਡਾ ਏਰੀਆ, ਜਿਹੜਾ ਜੀ ਮਾਨਸਾ ਏਰੀਆ, ਜਿੱਥੇ ਨਰਮਾ ਪੱਟੀ ਆ ਜਿਹੜੀ, ਤੇ ਉੱਥੇ ਨਰਮੇ ਦੀ ਬਿਜਾਈ ਦੇ ਲਈ ਇਹ ਬਾਰਿਸ਼ ਆ ਜਿਹੜੀ ਵਧੀਆ ਮੰਨੀ ਜਾਂਦੀ ਹੈ। ਕਿਉਂਕਿ ਜਿਸ ਤਰ੍ਹਾਂ ਦਾ ਹੁਣ ਮੀਂਹ ਪੈ ਗਿਆ ਇਹਦੇ ਨਾਲ ਨਰਮੇ ਦੀ ਬਿਜਾਈ ਦੇ ਵਿੱਚ ਕਿਸਾਨ ਉਸ ਪਾਸੇ ਵੱਲ ਉਹਨਾਂ ਨੂੰ ਸੌਖ ਹੋਊਗੀ, ਨਰਮੇ ਦੀ ਬਿਜਾਈ ਹੈ ਜਿਹੜੀ ਵੱਧ ਹੋਊਗੀ। ਸੋ ਇਸ ਤਰ੍ਹਾਂ ਇਹ ਬਾਰਿਸ਼ ਹੈ ਜਿਹੜੀ ਕੁੱਲ ਮਿਲਾ ਕੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਲੈ ਕੇ ਆਈ ਆ, ਉੱਥੇ ਨਰਮੇ ਦੇ ਕਾਸ਼ਤਕਾਰਾਂ ਲਈ ਵੀ ਫਾਇਦੇਮੰਦ ਰਹੂਗੀ। ਭਾਜੀ ਹੁਣ ਆਪਾਂ ਅਗਲੀ ਅਪਡੇਟ ਲੈਂਦੇ ਹਾਂ ਕਿ ਕਰੋਨਾ ਦੀ ਜਿਹੜੇ ਵਧਦੇ ਹੋਏ ਕੇਸ ਆ ਕੀ ਉਹਨਾਂ ਦੇ ਵਿੱਚ ਗਿਣਤੀ ਦੇ ਵਿੱਚ ਕੋਈ ਗਿਰਾਵਟ ਆਈ ਹੈ, ਕੀ ਕੋਈ ਰਾਹਤ ਦੀ ਖਬਰ ਹੈ ਇਸ ਬਾਰੇ ਸਾਡੇ ਲਈ। ਤੇ ਅੱਜ ਤਾਂ ਰਾਹਤ ਵਾਲੀ ਖਬਰ ਨਹੀਂ, ਅੱਜ ਤਾਂ ਉਲਟਾ ਮਤਲਬ ਪਰਮਿੰਦਰ ਖਬਰ ਇਸ ਤਰ੍ਹਾਂ ਦੀ ਆ ਰਹੀ ਹੈ ਜੀ ਕਿ ਕਰੋਨਾ ਦੀ ਤੀਸਰੀ ਲਹਿਰ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਉਹਨੇ ਵੀ ਲੋਕਾਂ ਨੂੰ ਡਰਾ ਦਿੱਤਾ ਹੈਗਾ। ਤੇ ਜੀ ਇੱਕੋ ਦਿਨ ਦੇ ਵਿੱਚ 4 ਲੱਖ ਤੋਂ ਵੱਧ ਕੇਸ ਹੈ ਜਿਹੜੇ ਉਹ ਆਏ ਨੇਗੇ ਤੇ 3980 ਮੌਤਾਂ ਜਿਹੜੀਆਂ ਦੇਸ਼ ਭਰ ਦੇ ਵਿੱਚ ਹੋਈਆਂ ਨੇ, ਜਿਹੜੀਆਂ ਕਿ ਰਿਕਾਰਡ ਆ ਇੱਕ ਦਿਨ ਦੇ ਵਿੱਚ। ਮੈਨੂੰ ਲੱਗਦਾ ਵੀ ਦੂਸਰੀ ਵਾਰ ਇਸ ਤਰ੍ਹਾਂ ਹੋ ਰਿਹਾ ਵੀ ਇੰਨੀਆਂ ਵੱਡੀ ਪੱਧਰ ਦੇ ਉੱਪਰ ਜਿਹੜੀਆਂ ਮੌਤਾਂ ਦੇਸ਼ ਦੇ ਵਿੱਚ ਰਿਕਾਰਡ ਕੀਤੀਆਂ ਗਈਆਂ ਨੇਗੀਆਂ। ਤੇ ਆਕਸੀਜਨ ਦੀ ਥੋੜਾ ਜਿਹੜੀ ਉਹ ਲਗਾਤਾਰ ਉਸੇ ਤਰ੍ਹਾਂ ਬਰਕਰਾਰ ਹੈਗੀ। ਕੇਂਦਰ ਸਰਕਾਰ ਨੇ ਇਹ ਵੀ ਕਹਿ ਦਿੱਤਾ ਵੀ ਕੇਂਦਰ ਸਰਕਾਰ ਹਰ ਰਾਜ ਨੂੰ ਜਿਹੜੀ ਆਕਸੀਜਨ ਦੀ ਮੰਗ ਹੈ ਹਰ ਰਾਜ ਦੀ ਪੂਰੀ ਨਹੀਂ ਕਰ ਸਕਦੀ ਹੈਗੀ। ਸੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਬਣਿਆ ਹੋਇਆ ਹੈਗਾ। ਫਿਰ ਮਤਲਬ ਕਰੋਨਾ ਦੇ ਲਈ ਸਾਡੇ ਪ੍ਰਧਾਨ ਮੰਤਰੀ ਵੱਲੋਂ ਵੀ ਦੁਬਾਰਾ ਫਿਰ ਜਿਹੜੀ ਮੀਟਿੰਗ ਹੈ ਉਹ ਕੀਤੀ ਗਈ ਹੈਗੀ। ਸੋ ਕੁੱਲ ਮਿਲਾ ਕੇ ਕਿਹਾ ਹੀ ਜਾ ਸਕਦਾ ਵੀ ਜਿਹੜਾ ਕਰੋਨਾ ਦੀ ਮਹਾਮਾਰੀ ਹੈ ਇਹ ਇੱਕ ਤਰ੍ਹਾਂ ਦਾ ਪ੍ਰਕੋਪ ਹੈ ਇਹਦਾ, ਜਿਹੜਾ ਉਹ ਵੱਧਦਾ ਤੁਰਿਆ ਜਾ ਰਿਹਾ ਹੈਗਾ। ਤੇ ਇਹਦੇ ਨਾਲ ਇਹ ਵੀ ਹੈ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਵੈਕਸੀਨ ਜਿਹੜੀ ਇਹਦੀ ਲੱਗਣੀ ਸੀ ਉਹਦੀ ਘਾਟ ਹੈ ਜਿਹੜੀ ਉਹ ਜੀ ਵੀ ਰੜਕ ਰਹੀ ਹੈ, ਰਾਜਾਂ ਵੱਲੋਂ ਮੰਗਿਆ ਜਾ ਰਿਹਾ, ਉਹ ਨਹੀਂ ਮਿਲ ਰਿਹਾ ਹੈਗਾ। ਤੇ ਪੰਜਾਬ ਦੀ ਜਦੋਂ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 154 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ, ਇਹ ਸਮਾਚਾਰ ਆ ਰਹੀ ਹੈ। ਤੇ ਇਹਦੇ ਵਿੱਚ 8874 ਨਵੇਂ ਮਾਮਲੇ ਜਿਹੜੇ ਉਹ ਵੀ ਸਾਹਮਣੇ ਆਏ ਨੇਗੇ। ਸੋ ਇਹ ਹੁਣ ਤੱਕ ਸੂਬੇ ਦੇ ਵਿੱਚ ਜਿਹੜਾ 9979 ਲੋਕਾਂ ਦੀ ਮੌਤ ਹੈ ਜਿਹੜੀ ਉਹ ਇਸ ਜਿਹੜੀ ਮਹਾਮਾਰੀ ਦੇ ਦੌਰਾਨ ਕਰੋਨਾ ਦੀ ਭੇਟ ਚੜ ਚੁੱਕੇ ਨੇ। ਮਤਲਬ ਇਹ ਆਪਾਂ ਕਹਿ ਸਕਦੇ 1000 ਦੇ ਕਰੀਬ ਲੋਕ ਆ ਜਿਹੜੇ ਜੀ ਪੰਜਾਬ ਦੇ ਵਿੱਚ ਉਹ ਕਰੋਨਾ ਮਹਾਮਾਰੀ ਦੀ ਲਪੇਟ ਦੇ ਵਿੱਚ ਆ ਚੁੱਕੇ ਨੇਗੇ, ਜਿਨ੍ਹਾਂ ਦੀ ਜਾਨ ਚਲੀ ਗਈ ਆ। ਸੋ ਜੀ ਵੀਰ ਜੀ ਇਹਦੇ ਵਿੱਚ ਜੇ ਆਪਾਂ ਜ਼ਿਲ੍ਹਾ ਵਾਈਜ਼ ਦੇਖੀਏ ਤਾਂ ਹੈਗਾ ਜਿਹੜਾ ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਦੇ ਵਿੱਚ 25, ਲੁਧਿਆਣਾ ਦੇ ਵਿੱਚ 19, ਪਟਿਆਲਾ ਦੇ ਵਿੱਚ 15, ਜਲੰਧਰ ਤੇ ਸਰੂਪ ਦੇ ਵਿੱਚ 12, ਮੁਕਤਸਰ ਦੇ ਵਿੱਚ 10, ਬਠਿੰਡਾ ਤੇ ਫਾਜ਼ਿਲਕਾ ਦੇ ਵਿੱਚ 9, ਜੀ ਮੋਹਾਲੀ ਦੇ ਵਿੱਚ 6, ਕਪੂਰਥਲਾ, ਮਾਨਸਾ, ਮੋਗਾ, ਪਠਾਨਕੋਟ ਜ਼ਿਲ੍ਹਿਆਂ ਦੇ ਵਿੱਚ 5, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ ਦੇ ਵਿੱਚ 3, ਬਰਨਾਲਾ ਤੇ ਤਰਨਤਾਰਨ ਦੇ ਵਿੱਚ ਜਿਹੜਾ 2 ਵਿਅਕਤੀਆਂ ਦੀ ਮੌਤ ਕਰੋਨਾ ਦੇ ਨਾਲ ਜਿਹੜੀ ਹੋਈ ਆ। ਪਰ ਇਹਦੇ ਵਿੱਚ ਰਾਹਤ ਦੀ ਗੱਲ ਆਪਾਂ ਇਹ ਵੀ ਕਹਿ ਸਕਦੇ ਹਾਂ ਜੀ ਕਿ ਹੁਣ ਤੱਕ ਪੰਜਾਬ ਦੇ ਵਿੱਚ
3 ਲੱਖ ਤੋਂ ਜ਼ਿਆਦਾ ਲੋਕ ਆ ਜਿਹੜੇ ਉਹ ਰਾਜੀ ਵੀ ਹੋਏ ਨੇਗੇ, ਠੀਕ ਵੀ ਹੋ ਚੁੱਕੇ। ਸੁਵੀਰ ਜੀ, ਮਤਲਬ ਕੁੱਲ ਮਿਲਾ ਕੇ ਕਾਫੀ ਗੰਭੀਰ ਚਿੰਤਾ ਦਾ ਵਿਸ਼ਾ ਆ ਕਿ ਬਹੁਤ ਵੱਡੇ ਅੰਕੜੇ ਆ ਇਹ, ਕਿ ਜਿਹੜੇ ਇੰਨਾ ਵੱਡਾ ਜਿਹੜਾ ਜਾਨ ਦਾ ਨੁਕਸਾਨ ਹੋ ਰਿਹਾ ਲੋਕਾਂ ਦੀ ਦਾ, ਬਹੁਤ ਹੀ ਜ਼ਿਆਦਾ ਜਿਹੜਾ ਇਹ ਔਖੀ ਘੜੀ ਆ, ਬਹੁਤ ਹੀ ਜ਼ਿਆਦਾ ਜਿਹੜਾ ਆ ਇਹ ਕਸ਼ਟ ਦਾ ਸਮਾਂ ਆ ਕਿ ਪਰਿਵਾਰ ਦੇ ਵਿੱਚੋਂ ਇੱਕ ਗਿਆ ਜੀ ਵੀ ਝੱਲਣਾ ਬਹੁਤ ਔਖਾ ਹੁੰਦਾ ਆ। ਔਰ ਖਾਸ ਕਰ ਇਸ ਮਾਹੌਲ ਦੇ ਵਿੱਚ ਜਿੱਥੇ ਕਿ ਏਜ ਫੈਕਟਰ ਦੇ ਨਾਲੋਂ ਜ਼ਿਆਦਾ ਜਿਹੜਾ ਕਮਜ਼ੋਰ ਇਮਿਊਨਿਟੀ ਸਿਸਟਮ ਆਪਣਾ, ਉਹਦੇ ਕਰਕੇ ਕੋਈ ਏਜ ਫੈਕਟਰ ਨਹੀਂ ਆ। ਆਪਾਂ ਕਿਸੇ ਬਾਰੇ ਕੁਝ ਜੱਜ ਨਹੀਂ ਕਰ ਸਕਦੇ, ਕੁਝ ਵੀ ਆਪਾਂ ਨਹੀਂ ਆਈਡੀਆ ਨਹੀਂ ਲਗਾ ਸਕਦੇ ਕਿ ਕਿਸ ਜਗ੍ਹਾ ਤੋਂ ਜਾਂ ਕਿਸ ਚੀਜ਼ ਤੋਂ ਜਾਂ ਕਿਸ ਪਰਸਨ ਤੋਂ ਜਿਹੜਾ ਆ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਕੋਈ ਵੀ ਪਰਸਨ ਆ ਸਕਦਾ ਆ। ਸੋ ਸਾਡੇ ਦਰਸ਼ਕਾਂ ਨੂੰ ਇਹੀ ਅਪੀਲ ਆ ਕਿ ਤੁਸੀਂ ਆਪਣੀ ਜਿਹੜੀ ਆ ਉਹ ਸਿਹਤ ਦਾ ਖੁਦ ਧਿਆਨ ਰੱਖੋ। ਤੁਸੀਂ ਖੁਦ ਜਿਹੜਾ ਇਦਾਂ ਦੀ ਆਪਣੀ ਡਾਈਟ ਤੇ ਧਿਆਨ ਦਿਵੋ ਕਿ ਜਿਹੜਾ ਕਿ ਇਮਿਊਨਿਟੀ ਸਿਸਟਮ ਆ ਆਪਣਾ ਸਟਰੋਂਗ ਹੋਵੇ। ਤੇ ਦੂਸਰੀ ਗੱਲ, ਸਾਫ਼ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ। ਜਿਹੜੇ ਵੀ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਇਸ ਬਿਮਾਰੀ ਤੋਂ ਆਪਣਾ ਬਚਾਅ ਕਰ ਸਕਦੇ ਹਾਂ, ਸਾਨੂੰ ਉਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ, ਕਿਉਂਕਿ ਅਕਸਰ ਸਿਆਣੇ ਵੀ ਕਹਿੰਦੇ ਆ ਕਿ ਇਲਾਜ ਤੋਂ ਬਿਹਤਰ ਪਰਹੇਜ਼ ਹੁੰਦਾ ਆ। ਸੋ ਅਗਰ ਸਾਨੂੰ ਕੋਈ ਕੰਮ ਨਹੀਂ ਆ, ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ, ਔਰ ਜੇ ਜਾਣਾ ਵੀ ਆ ਤਾਂ ਐਟਲੀਸਟ ਅਸੀਂ ਇਸ ਚੀਜ਼ ਦਾ ਧਿਆਨ ਰੱਖੀਏ ਕਿ ਅਸੀਂ ਕਿਸੇ ਦੇ ਜ਼ਿਆਦਾ ਕਰੀਬ ਖੜੇ ਹੋ ਕੇ ਗੱਲ ਨਾ ਕਰੀਏ ਤਾਂ ਕਿ ਇਨਫੈਕਸ਼ਨ ਜਿਹੜੀ ਆ ਉਹ ਸਾਡੇ ਤੱਕ ਨਾ ਆ ਸਕੇ। ਜੀ ਵੀਰ ਜੀ, ਸੋ ਵੀਰ ਜੀ, ਜਿੱਥੇ ਹੁਣ ਆਪਾਂ ਗੱਲ ਕਰਦੇ ਹਾਂ ਉੱਥੇ ਪੰਜਾਬ ਦੀ ਹਾਲਾਤਾਂ ਦੀ ਗੱਲ ਕਰ ਰਹੇ ਹਾਂ ਆਪਾਂ, ਤੇ ਵੀਰ ਜੀ ਉੱਥੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਜਿਹੜੀ ਮੀਟਿੰਗ ਕੀਤੀ ਗਈ ਆ ਆਪਣੀ ਕਾਂਗਰਸ ਦੇ ਜਿਹੜੇ ਐਮਐਲਏ ਆ, ਤੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਇਕਜੁੱਟ ਹੋ ਕੇ ਮਤਲਬ ਉਹ ਇਸ ਔਖੀ ਘੜੀ ਦੇ ਵਿੱਚ ਇਸ ਬਿਮਾਰੀ ਦਾ ਸਾਹਮਣਾ ਕਰਨਗੇ ਜਾਂ ਲੋਕਾਂ ਦੇ ਭਲੇ ਲਈ ਕੁਝ ਸੋਚਣਗੇ ਜਾਂ ਰਲ ਮਿਲ ਕੇ ਪੰਜਾਬ ਦੇ ਫਾਇਦੇ ਲਈ ਜਿਹੜੇ ਜ਼ਰੂਰੀ ਕਦਮ ਆ ਉਹ ਜਾਂ ਫੈਸਲੇ ਆ ਉਹ ਲੈਣਗੇ। ਤੇ ਉਹਦੇ ਬਾਰੇ ਵੀ ਜ਼ਰੂਰ ਅਪਡੇਟ ਦਿਓ ਵੀਰ ਜੀ ਕਿ ਕੀ ਮਸਲਾ ਆ ਇਹ। ਇਹਦੇ ਨਾਲ ਪਰਮਿੰਦਰ ਗੱਲ ਕਰਾਂਗੇ ਆਪਾਂ ਪੰਜਾਬ ਦੀ ਗੱਲ ਕਰਨ ਦੇ ਨਾਲ ਜਿਹੜਾ ਦਿੱਲੀ ਦੀ ਗੱਲ ਵੀ ਆਪਾਂ ਨੂੰ ਜੋੜਨੀ ਪੈਣੀ ਹੈ, ਕਿਉਂਕਿ ਦਿੱਲੀ ਸਰਕਾਰ ਨੇ ਕੋਰਟ ਦਾ ਰੁਖ ਕੀਤਾ ਜੀ। ਦਿੱਲੀ ਹਾਈ ਕੋਰਟ ਦੇ ਵਿੱਚ ਗਈ ਸੀਗੀ ਔਰ ਸੁਪਰੀਮ ਕੋਰਟ ਤੱਕ ਉਹਨਾਂ ਨੇ ਪਹੁੰਚ ਕੀਤੀ ਆ। ਉਹਨਾਂ ਨੂੰ ਜਿਹੜੀ ਆਕਸੀਜਨ ਦੀ ਘਾਟ ਸੀਗੀ ਉਹਦੇ ਲਈ ਉਹਨਾਂ ਨੇ ਅਦਾਲਤ ਦਾ ਸਹਾਰਾ ਲਿਆ, ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ। ਸੋ ਇਸੇ ਤਰ੍ਹਾਂ ਦੇ ਹਾਲਾਤ ਆ ਜਿਹੜੇ ਪੰਜਾਬ ਦੇ ਵਿੱਚ ਵੀ ਬਣੇ ਹੋਏ ਆ। ਪੰਜਾਬ ਦੇ ਵਿੱਚ ਵੀ ਜਿਹੜੀ ਆਕਸੀਜਨ ਦੀ ਘਾਟ ਆ ਉਹ ਸਾਨੂੰ ਸਪਸ਼ਟ ਦਿਖਾਈ ਦੇ ਰਹੀ ਆ। ਸੋ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਰੇ ਹੀ ਐਮਪੀ ਆ ਜਿਹੜੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਹੀ ਮੀਟਿੰਗ ਕੀਤੀ ਹੈ। ਮਤਲਬ ਹਾਲਾਂਕਿ ਜਿਹੜੀ ਆਪਾਂ ਕਹਿ ਸਕਦੇ ਹਾਂ ਵਰਚੁਅਲ ਮੀਟਿੰਗ ਹੈ, ਮਤਲਬ ਵੈਬ ਕੈਮਰੇ ਦੇ ਰਾਹੀਂ। ਤੇ ਉਹਨਾਂ ਨੇ ਸਾਰਿਆਂ ਨਾਲ ਮੀਟਿੰਗ ਦੇ ਦੌਰਾਨ ਇਹ ਗੱਲ ਕੀਤੀ ਆ ਵੀ ਆਪਾਂ ਸਾਰੇ ਜਿਹੜੇ ਐਮਪੀ ਆ ਇਹ ਗੱਲ ਜਾ ਕੇ ਕੇਂਦਰ ਸਰਕਾਰ ਦੇ ਨਾਲ ਉਠਾਉਣ ਕਿ ਪੰਜਾਬ ਦੇ ਵੱਲ ਧਿਆਨ ਦਿੱਤਾ ਜਾਵੇ। ਜਿਹੜੀ ਸਾਨੂੰ ਆਕਸੀਜਨ ਚਾਹੀਦੀ ਆ ਉਹ ਪੂਰੀ ਤਰ੍ਹਾਂ ਦਿੱਤੀ ਜਾਵੇ। ਇਹਦੇ ਨਾਲ ਸਾਨੂੰ ਜਿਹੜੀ ਵੈਕਸੀਨ ਚਾਹੀਦੀ ਆ ਉਹ ਵੈਕਸੀਨ ਵੀ ਪੂਰੀ ਦਿੱਤੀ ਜਾਵੇ। ਸੋ ਇੱਥੇ ਇਕੱਲੇ ਮਤਲਬ ਇਹ ਆਪਾਂ ਕਹਿ ਸਕਦੇ ਹਾਂ ਜਿਹੜਾ ਕਿ ਇਕੱਲੀ ਕਾਂਗਰਸ ਦੇ ਐਮਪੀਆਂ ਦੀ ਗੱਲ ਨਹੀਂ ਹੈਗੀ। ਅਜਿਹੇ ਹਾਲਾਤ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਐਮਪੀ ਆ ਜਿਹੜੇ ਉਹਨਾਂ ਨੂੰ ਇਕੱਠੇ ਹੋ ਕੇ, ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਾਂਗਰਸ ਦੇ ਐਮਪੀਆਂ ਨੂੰ ਕਿਹਾ, ਇਸੇ ਤਰ੍ਹਾਂ ਦੂਸਰੇ ਐਮਪੀ ਵੀ ਉਹਨਾਂ ਦੇ ਨਾਲ ਜਾਣਾ ਚਾਹੀਦਾ ਹੈ, ਕਿਉਂਕਿ ਗੱਲ ਪੰਜਾਬ ਦੀ ਹੈ। ਹੁਣ ਇਸ ਵੇਲੇ ਰਾਜਨੀਤਿਕ ਫੰਡਾ ਜਿਹੜਾ ਉਹ ਛੱਡ ਦੇਣਾ ਚਾਹੀਦਾ। ਹਾਲਾਂਕਿ ਕਾਂਗਰਸ ਦੇ ਬਹੁਤੇ ਐਮਪੀਆਂ ਦਾ ਵਿਚਾਰ ਇਹ ਆ ਤੇ ਪੂਰੀ ਤਰ੍ਹਾਂ ਜਿਹੜੀ ਤਾਲਾਬੰਦੀ ਆ ਪੰਜਾਬ ਦੇ ਵਿੱਚ ਕਰ ਦਿੱਤੀ ਜਾਵੇ, ਲਾਕਡਾਊਨ ਲਾ ਦਿੱਤਾ ਜਾਵੇ ਤਾਂ ਕਿ ਇਸ ਬਿਮਾਰੀ ਨੂੰ ਨਜਿੱਠਿਆ ਜਾਵੇ। ਜਿਵੇਂ ਤੁਸੀਂ ਪਹਿਲਾਂ ਪਰਮਿੰਦਰ ਗੱਲ ਕਰ ਰਹੇ ਸੀਗੇ, ਹੁਣ ਨਾ ਇਹਦੇ ਵਿੱਚ ਜਿਵੇਂ ਬਾਹਰਲੇ ਕਿਤੇ ਵੀ ਜਿਨ੍ਹਾਂ ਕੰਟਰੀਆਂ ਦੇ ਵਿੱਚ ਕਰੋਨਾ ਪਹਿਲਾਂ ਫੈਲਿਆ, ਜਿਹੜੀਆਂ ਵਿਕਸਿਤ ਕੰਟਰੀਆਂ ਨੇ ਉਹਨਾਂ ਕੰਟਰੀਆਂ ਦੇ ਵਿੱਚ ਕੀ ਹੁੰਦਾ ਹੈ ਵੀ ਉਹ ਇਹਦੀ ਪੂਰੀ ਹਿਸਟਰੀ ਜਾਣਦੇ ਆ ਵੀ ਕਰੋਨਾ ਕਿਹਨੂੰ ਆਇਆ, ਕਿਦੋਂ ਕਿੱਥੇ ਲੱਗਿਆ, ਕਿੰਨੇ ਕਿੰਨੇ ਬੰਦੇ ਉਹਦੇ ਸੰਪਰਕ ਦੇ ਵਿੱਚ ਆਏ। ਉਹਨੇ ਬੰਦਿਆਂ ਨੂੰ ਉਸੇ ਤਰ੍ਹਾਂ ਹੀ ਉਹਨੂੰ ਉੱਥੇ ਹੀ ਰੋਕਣ ਦੇ ਲਈ ਸਾਰੇ ਬੰਦਿਆਂ ਨੂੰ ਕੁਆਰੰਟਾਈਨ ਕਰ ਦਿੱਤਾ ਜਾਂਦਾ ਗਾ। ਜਿਸ ਤਰ੍ਹਾਂ ਦਾ ਹੁੰਦਾ ਕਿਸੇ ਨੂੰ ਹੋਮ ਕੁਆਰੰਟਾਈਨ ਕੀਤਾ ਜਾਂਦਾ, ਕਿਸੇ ਨੂੰ ਜਿਸ ਤਰ੍ਹਾਂ ਦਾ ਵੀ ਉਹਦੇ ਵਿੱਚੋਂ ਮਿਲਦੇ ਆ ਉਹ ਕੜੀ ਦੇਖਦੇ ਨੇ ਪੂਰੀ ਦੀ ਪੂਰੀ। ਪਰ ਸਾਡੇ ਇੱਥੇ ਜਿਹੜਾ ਹੈ, ਇੱਥੇ ਤਾਂ ਮਤਲਬ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਹੀਂ ਇੱਥੇ ਕੰਮ ਚੱਲ ਰਿਹਾ, ਪਤਾ ਵੀ ਨਹੀਂ ਲੱਗ ਰਿਹਾ ਵੀ ਇਹਨੂੰ ਕਰੋਨਾ ਕਿੱਥੋਂ ਹੋਇਆ, ਜਿਹੜੀ ਬਿਮਾਰੀ ਹੋ ਗਈ। ਸਿਰਫ ਅੰਕੜਿਆਂ ਦੇ ਮਗਰ ਪਏ ਪਿਆ ਔਰ ਸਾਰੇ ਇਹ ਚੱਲ ਰਿਹਾ ਵੀ ਸਾਰਿਆਂ ਨੂੰ ਲਾਕਡਾਊਨ ਕਰ ਦਿੱਤਾ ਜਾਵੇ, ਸਾਰੇ ਲੋਕਾਂ ਨੂੰ ਬੰਦ ਕਰ ਦਿੱਤਾ ਜਾਵੇ। ਇਹ ਬਹੁਤੇ ਜਿਹੜੇ ਐਮਪੀ ਨੇਗੇ ਉਹਨਾਂ ਨੇ ਮੁੱਖ ਮੰਤਰੀ ਤੋਂ ਵੀ ਮੰਗ ਕੀਤੀ ਹੈ ਵੀ ਜਿਹੜਾ ਸੰਪੂਰਨ ਲਾਕਡਾਊਨ ਆ ਉਹ ਕਰ ਦਿੱਤਾ ਜਾਵੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਆ ਵੀ ਸੰਪੂਰਨ ਲਾਕਡਾਊਨ ਹੋਵੇ।
ਤੇ ਇਹਦੇ ਨਾਲ ਇਸ ਮੀਟਿੰਗ ਦੇ ਵਿੱਚ ਇਹ ਵੀ ਗੱਲ ਆਈ ਆ ਕਿ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹ ਵੱਡੀ ਤਰ੍ਹਾਂ ਲੁੱਟ ਕਰ ਰਹੇ ਨੇ, ਬਹੁਤ ਵੱਡੀ ਲੁੱਟ ਹੈ ਜਿਹੜੀ ਉਹ ਮਚਾ ਰੱਖੀ ਆ ਪੰਜਾਬ ਦੇ ਵਿੱਚ। ਉਹਨਾਂ ਦੀ ਗੱਲ ਵੀ ਜਿਹੜੀ ਇਹਨਾਂ ਐਮਪੀਆਂ ਨੇ ਮੁੱਖ ਮੰਤਰੀ ਕੋਲੇ ਉਠਾਈ ਹੈ ਵੀ ਸਰਕਾਰ ਨੂੰ ਇਸ ਪਾਸੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੀ। ਇਸ ਤਰ੍ਹਾਂ ਮਤਲਬ ਇਹ ਜਿਹੜਾ ਹੈ ਇਹਦੇ ਨਾਲ ਇਹ ਤੋਂ ਥੋੜੀ ਵੱਖਰੀ ਗੱਲ ਹੈ ਜਿਹੜਾ ਪੂਰਾ ਗੋਲੀकांड ਜਿਹੜਾ ਆਪਾਂ ਕਹਿ ਸਕਦੇ ਹਾਂ ਜਿਹੜੀ ਉਹ ਰੌਲਾ ਰੱਪਾ ਚੱਲ ਰਿਹਾ ਹੈਗਾ ਬਹਿਬਲ ਕਲਾਂ ਪੰਜਾਬ ਬੇਅਦਬੀ ਮਾਮਲੇ ਵਾਲਾ, ਤੇ ਉਹਦੀ ਵੀ ਜਿਹੜੀ ਇਸ ਵਿਚਾਰ ਵਟਾਂਦਰਾ ਇਸ ਮੀਟਿੰਗ ਦੇ ਦੌਰਾਨ ਹੋਇਆਗਾ। ਤੇ ਪਰ ਆਕਸੀਜਨ ਦੇ ਲਈ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਵਾਸਤੇ ਸਾਰੇ ਐਮਪੀ ਆ ਜਿਹੜੇ ਕਾਂਗਰਸ ਦੇ ਐਮਪੀ ਆ ਉਹਨਾਂ ਨੂੰ ਅਪੀਲ ਕੀਤੀ ਆ ਮੁੱਖ ਮੰਤਰੀ ਨੇ ਕਿ ਉਹ ਜਾ ਕੇ ਜਿਹੜੀ ਆਕਸੀਜਨ ਦੀ ਸਪਲਾਈ ਆ ਪੰਜਾਬ ਨੂੰ ਉਹਨੂੰ ਯਕੀਨੀ ਬਣਾਉਣ ਦੇ ਲਈ ਗ੍ਰਹਿ ਮੰਤਰੀ ਨੂੰ ਵੀ ਮਿਲਣ ਤੇ ਸਿਹਤ ਮੰਤਰੀ ਨੂੰ ਵੀ ਜਿਹੜਾ ਡਾਕਟਰ ਹਰਸ਼ਵਰਧਨ ਆ ਕੇਂਦਰੀ ਸਿਹਤ ਮੰਤਰੀ ਉਹਨਾਂ ਨਾਲ ਵੀ ਗੱਲਬਾਤ ਕਰਨ ਤੇ ਪੰਜਾਬ ਨੂੰ ਜਿਹੜੀ ਵੈਕਸੀਨ ਹੈ ਕਿ ਉਹ ਵੀ ਪੂਰੀ ਸਪਲਾਈ ਹੋਵੇ ਤਾਂ ਕਿ ਜਿਹੜਾ ਟੀਕਾਕਰਨ ਚੱਲ ਰਿਹਾ ਉਹ ਵੀ ਪੂਰੀ ਤਰ੍ਹਾਂ ਲੋਕਾਂ ਤੱਕ ਰੂਪ ਨਾ ਆਵੇ। ਸੁਭਾ ਜੀ, ਹੁਣੇ ਜਦੋਂ ਆਪਾਂ ਗੱਲ ਕੀਤੀ ਹੈ ਕਿ ਹਸਪਤਾਲਾਂ ਦੀ ਜਾਂ ਆਪਾਂ ਲੋਕਾਂ ਦੀ ਸਿਹਤਯਾਬੀ ਦੀ ਜਦੋਂ ਗੱਲ ਕਰਦੇ ਤੇ ਸਭ ਤੋਂ ਜਿਹੜਾ ਇੰਪੋਰਟੈਂਟ ਰੋਲ ਆ ਉਹ ਸਾਡੇ ਡਾਕਟਰ ਜਿਹੜੇ ਆ ਉਹ ਨਿਭਾਉਂਦੇ ਆ, ਕਿਉਂਕਿ ਇਸ ਕੋਈ ਵੀ ਛੋਟੀ ਵੀ ਬਿਮਾਰੀ ਹੋਵੇ ਤਾਂ ਹਰੇਕ ਪਰਸਨ ਨੂੰ ਜਿਹੜੀ ਆ ਸਭ ਤੋਂ ਪਹਿਲਾਂ ਡਾਕਟਰ ਦੀ ਜ਼ਰੂਰਤ ਪੈਂਦੀ ਆ ਕਿ ਇਸ ਬਿਮਾਰੀ ਦੇ ਵਿੱਚ ਕੀ ਕਰਨਾ ਚਾਹੀਦਾ ਆ, ਕੀ ਖਾਣਾ ਪੀਣਾ ਚਾਹੀਦਾ ਆ, ਹਨਾ, ਜਾਂ ਕੀ ਪਰਹੇਜ਼ ਰੱਖਣੇ ਚਾਹੀਦੇ। ਪਰ ਇਹ ਤਾਂ ਬਿਮਾਰੀ ਹੀ ਕੁਦਰਤੀ ਆਪਾਂ ਕਹਿ ਸਕਦੇ ਇੱਕ ਕੁਦਰਤੀ ਆਫਤ ਆ, ਹਨਾ, ਕਿ ਜਿਹਦਾ ਹਜੇ ਤੱਕ ਵੀ ਆਪਾਂ ਨੂੰ ਤੋੜ ਨਹੀਂ ਲੱਭ ਸਕਿਆ। ਤੇ ਵੀਰ ਜੀ, ਉਸ ਤੇ ਹੀ ਇਹ ਖਬਰਾਂ ਆ ਰਹੀਆਂ ਆ ਕਿ ਜਿਹੜੇ ਸਾਡੇ ਡਾਕਟਰ ਆ, ਸਰਕਾਰੀ ਡਾਕਟਰ ਆ, ਜਿਹੜੇ ਸਰਕਾਰੀ ਨੌਕਰੀਆਂ ਕਰ ਰਹੇ ਆ, ਉਹ ਆਪਣੀਆਂ ਨੌਕਰੀਆਂ ਤੋਂ ਜਿਹੜੇ ਆ ਉਹ ਅਸਤੀਫੇ ਦੇ ਰਹੇ ਆ। ਉਹਦੇ ਬਾਰੇ ਵੀ ਜ਼ਰੂਰ ਜਿਹੜੀ ਆ ਤੁਸੀਂ ਜਾਣਕਾਰੀ ਦਿਓ ਕਿ ਇਹ ਕਿਉਂ ਹੋ ਰਿਹਾ ਆ ਔਰ ਕੀ ਕਾਰਨ ਹੋ ਸਕਦਾ ਇਹਦੇ ਪਿੱਛੇ। ਜੀ ਵੀਰ ਜੀ। ਬਿਲਕੁਲ, ਇਹ ਤਾਂ ਪਰਮਿੰਦਰ ਉਸ ਤਰ੍ਹਾਂ ਦੀ ਗੱਲ ਹੋਈ ਵੀ ਆ ਵੀ ਜੰਗ ਛਿੜੀ, ਜੰਗ ਦੇ ਵਿੱਚ ਚੱਲਦੀ ਜੰਗ ਦੇ ਵਿੱਚ ਜੇ ਕਿਸੇ ਫੌਜ ਦੇ ਕਮਾਂਡਰ ਭੱਜਣ ਵਾਲੀ ਗੱਲ ਹੈਗੀ ਜਿਹੜੀ ਇਸ ਤਰ੍ਹਾਂ ਡਾਕਟਰ ਵਿਚਾਲੇ ਭੱਜ ਰਹੇ ਆ ਕਰੋਨਾ ਦੀ ਮਹਾਮਾਰੀ ਦੌਰਾਨ ਜੀ। ਤੇ ਇਹਦੇ ਵਿੱਚ ਜਿਹੜੀਆਂ ਖਬਰਾਂ ਆ ਰਹੀਆਂ ਜਿਸ ਤਰ੍ਹਾਂ ਬਿਲਕੁਲ ਦਰੁਸਤ ਆ ਤੁਹਾਡੀ ਗੱਲ ਵੀ ਬਠਿੰਡਾ ਦੇ 3 ਡਾਕਟਰ ਆ ਜਿਹੜੇ ਉਹਨਾਂ ਨੇ ਜਿਹੜੀ ਨੌਕਰੀ ਆ ਛੱਡ ਦਿੱਤੀ ਹੈਗੀ ਇਸ ਤਰ੍ਹਾਂ ਗਿੱਦੜਬਾਹਾ ਤੋਂ ਹੁੰਦੀ ਆ ਇੱਥੋਂ ਤੱਕ ਕਿ ਮਾਨਸਾ ਦੇ SMO ਜਿਹੜੇ ਸੀਗੇ ਮੌਕੇ ਦੇ ਹੁਣ ਉਹਨਾਂ ਨੇ ਵੀ ਆਪਣਾ ਜਿਹੜਾ ਰਿਜ਼ਾਈਨ ਹੈ ਦੇ ਦਿੱਤਾ। ਆਪਣੇ ਅਸਤੀਫੇ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹਨਾਂ ਨੂੰ ਜਿਹੜਾ ਪੂਰੀ ਤਰ੍ਹਾਂ ਨਾ ਤਾਂ ਉਹਨਾਂ ਕੋਲੇ ਸਾਜੋ ਸਮਾਨ ਆ ਤੇ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਦੇ ਉਹ ਵੀ ਉਹਨਾਂ ਨੂੰ ਸਾਥ ਨਹੀਂ ਦੇ ਰਹੇ, ਉਹ ਇਸ ਕਰਕੇ ਉਹ ਅਸਤੀਫਾ ਦੇ ਰਹੇ ਨੇਗੇ। ਸੋ ਗੱਲ ਇਹ ਹੁੰਦੀ ਆ ਵੀ ਜਦੋਂ ਕਿਸੇ ਤਾਕਤਵਰ ਫੌਜ ਦੇ ਨਾਲ ਜੰਗ ਲੜੀ ਜਾਂਦੀ ਹੁੰਦੀ ਆ ਤਾਂ ਉਦੋਂ ਜੇ ਕਮਾਂਡਰ ਭੱਜ ਜਾਂਦੇ ਹੈਗੇ ਉਹ ਤੋਂ ਡਰ ਕੇ ਕਮਾਂਡਰ ਭੱਜ ਜਾਂਦੇ ਹੈਗੇ ਤਾਂ ਉਹਨਾਂ ਨੂੰ ਫਿਰ ਕੀ ਕਿਹਾ ਜਾਊਗਾ, ਕੀ ਨਾਮ ਦਿੱਤਾ ਜਾਊਗਾ ਉਹਨੂੰ। ਸਾਡੇ ਪੰਜਾਬ ਦੇ ਸੱਭਿਆਚਾਰ ਦੇ ਮੁਤਾਬਕ ਜੇ ਕੋਈ ਇਸ ਤਰ੍ਹਾਂ ਜੰਗ ਦੇ ਵਿੱਚੋਂ ਨਿਕਲਦਾ ਉਹਨੂੰ ਗਦਾਰੀ ਦਾ ਖਿਤਾਬ ਆ ਜਿਹੜਾ ਉਹ ਦਿੱਤਾ ਜਾਂਦਾ ਹੈ। ਤੋ ਇਹ ਡਾਕਟਰ ਆ ਜਿਹੜੇ ਹੁਣ ਇਸ ਮੌਕੇ ਮਤਲਬ ਡਰਦੇ ਆ ਭੱਜਣਾ ਜਾਂ ਤੇ ਇਹ ਵੀ ਕਿਹਾ ਜਾਂਦਾ ਵੀ ਦੁਸ਼ਮਣ ਦੇ ਨਾਲ ਹੀ ਮਿਲ ਜਾਣਾ, ਇਹ ਉਦੋਂ ਵੀ ਮਾੜੀ ਗੱਲ ਹੈ। ਹੁਣ ਬਹੁਤ ਸਾਰੇ ਡਾਕਟਰ ਤਾਂ ਅਜਿਹੇ ਵੀ ਨੇ ਜਿਹੜੇ ਕਿ ਇਸ ਵਿੱਚ ਲੱਗੇ ਹੋਏ ਨੇ, ਉਹਨਾਂ ਨੂੰ ਵੀ ਮੌਕਾ ਵਧੀਆ ਹੁਣ ਆਪਣਾ ਪ੍ਰਾਈਵੇਟ ਕੰਮ ਸ਼ੁਰੂ ਕਰ ਲਈਏ ਤੇ ਮਰੀਜ਼ ਬਹੁਤ ਨੇਗੇ ਆਪਣਾ ਪ੍ਰਾਈਵੇਟ ਕੰਮ ਚੱਲ ਪਊਗਾ। ਸੋ ਬੜਾ ਭਿਆਨਕ ਸਮਾਂ ਹੈ ਇਸ ਵੇਲੇ ਜਿਹੜਾ ਡਾਕਟਰਾਂ ਦਾ ਇਸ ਤਰ੍ਹਾਂ ਨੌਕਰੀਆਂ ਛੱਡਣਾ ਉਹ ਬਹੁਤ ਮੰਦਭਾਗਾ ਗਾ। ਚਾਹੇ ਬੇਸ਼ੱਕ ਕਿਹਾ ਜਾ ਸਕਦਾ ਵੀ ਹਾਲਾਤ ਆ ਜਿਹੜੇ ਮਾੜੇ ਆ, ਸਰਕਾਰ ਕੋਲੇ ਉਸ ਤਰ੍ਹਾਂ ਦਾ ਸਾਜੋ ਸਮਾਨ ਨਹੀਂ ਹੈ, ਸਹੂਲਤਾਂ ਨਹੀਂ ਹੈ, ਬੈੱਡ ਨਹੀਂ ਹੈ, ਸਾਡੇ ਕੋਲੇ ਵੈਂਟੀਲੇਟਰ ਨਹੀਂ ਹੈ, ਸਾਡੇ ਕੋਲੇ ਹੋਰ ਉਸ ਤਰ੍ਹਾਂ ਦੀਆਂ ਕਿਟਾਂ ਨਹੀਂ ਹੈ, ਸਾਰਾ ਕੁਝ ਜਾਇਜ਼ ਆ। ਜਿਹੜੀ ਗੱਲ ਡਾਕਟਰ ਕਹਿ ਰਹੇ ਨੇ ਜਾਇਜ਼ ਆ, ਪਰ ਇਸ ਤਰ੍ਹਾਂ ਮੈਦਾਨ ਦੇ ਵਿੱਚੋਂ ਭੱਜਣਾ ਜਿਹੜਾ ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ। ਜਿਹੜੇ ਡਾਕਟਰ ਅੱਜ ਨੌਕਰੀਆਂ ਛੱਡ ਕੇ ਜਾ ਰਹੇ ਆ ਕਿਉਂਕਿ ਜਦੋਂ ਉਹ ਅਜਿਹਾ ਸਮਾਂ ਹੁੰਦਾ ਹੈ ਵੀ ਬਿਮਾਰੀ ਨਹੀਂ, ਲੋਕ ਜ਼ਿਆਦਾ ਤੰਦਰੁਸਤ ਹੁੰਦੇ ਆ, ਵਧੀਆ ਆਪਾਂ ਸੁੱਖੀ ਸਾਂਦੀ ਬਚਦੇ ਆ, ਉਦੋਂ ਇਹ ਸਰਕਾਰੀ ਨੌਕਰੀਆਂ ਦਾ ਆਨੰਦ ਮਾਣਦੇ ਰਹੇ ਆ। ਬਹੁਤਾ ਕੰਮ ਨਹੀਂ ਸੀ ਹੁੰਦਾ ਉਦੋਂ ਵੀ ਤੇ ਆਨੰਦ ਮਾਣਦੇ ਰਹੇ ਨੇ ਕਿਉਂਕਿ ਕੰਮ ਪੈ ਗਿਆ ਗਲ ਤੇ ਆ ਪਈ ਆ, ਕੰਮ ਵੱਧ ਪੈ ਜਾਏਗਾ ਤਾਂ ਫਿਰ ਇਸ ਦੌਰਾਨ ਜਿਹੜਾ ਭੱਜਣਾ ਹੈ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈਗਾ। ਸੋ ਸਰਕਾਰ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਡਾਕਟਰਾਂ ਨੂੰ ਜਿੰਨਾ ਵੀ ਵੱਧ ਤੋਂ ਵੱਧ ਸਾਜੋ ਸਮਾਨ ਆ, ਆਕਸੀਜਨ ਦੀ ਕਮੀ ਆ ਉਹ ਨਹੀਂ ਆਉਣ ਦੇਣੀ ਚਾਹੀਦੀ, ਬਾਕੀ ਸਾਜੋ ਸਮਾਨ ਆ ਜਿਹੜਾ ਉਹ ਵੀ ਦੇਣਾ ਚਾਹੀਦਾ। ਸੋ ਇਸ ਦੌਰਾਨ ਜਿਹੜੀਆਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਜਿਹੜਾ ਡਾਕਟਰਾਂ ਦੇ ਨਾਲ ਖੜਨਾ ਚਾਹੀਦਾ। ਡਾਕਟਰਾਂ ਦੇ ਨਾਲ ਆਪੋ ਆਪਦੇ ਹਲਕਿਆਂ ਦੇ ਵਿੱਚ ਜਿਸ ਤਰ੍ਹਾਂ ਕੰਮ ਕਰ ਰਿਹਾ, ਕੋਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇਗੀਆਂ, ਕੋਈ ਕਲੱਬ ਨੇਗੇ, ਉਹਨਾਂ ਨੂੰ ਆਪੋ ਆਪਣੇ ਨੇੜਲੇ ਹਸਪਤਾਲਾਂ ਦੇ ਡਾਕਟਰਾਂ ਦੇ ਸੰਪਰਕ 'ਚ ਰਹਿਣਾ ਚਾਹੀਦਾ। ਜੇ ਡਾਕਟਰਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ
ਉਹੋ ਜੇ ਸਰਕਾਰ ਨਹੀਂ ਦਿੰਦੀ ਤਾਂ ਅਸੀਂ ਪ੍ਰਾਈਵੇਟ ਤੌਰ ਤੇ ਵੀ ਜਿੰਨਾ ਇਹ ਜਿਹੜੇ ਕਲੱਬ ਨੇ ਇੰਨੇ ਕੁ ਸੰਪੰਨ ਨੇ ਸਾਡੇ ਕਲੱਬ, ਕਿਉਂਕਿ ਕਬੱਡੀ ਟੂਰਨਾਮੈਂਟ ਤੇ ਕਰੋੜਾਂ ਰੁਪਇਆ ਲੱਖਾਂ ਰੁਪਇਆ ਖਰਚਦੇ ਨੇ ਅਸੀਂ ਕਬੱਡੀ ਵਾਲੇ ਟੂਰਨਾਮੈਂਟ ਕਰਾਉਂਦੇ ਆ, ਜਾਂ ਹੋਰ ਅਸੀਂ ਜਗਰਾਤੇ ਕਰਾਉਂਦੇ ਆ, ਨਗਰ ਕੀਰਤਨ ਕਰਦੇ ਆ, ਕਿੰਨਾ ਕਿੰਨਾ ਪੈਸਾ ਅਸੀਂ ਲਾਉਂਦੇ ਆ ਉਹਨਾਂ ਦੇ ਉੱਪਰ। ਸੋ ਅੱਜ ਜਿਹੜਾ ਸਮਾਂ ਗਾ, ਅੱਜ ਖੰਡ ਦਾ ਜ਼ਰੂਰਤ ਆ। ਜੇ ਡਾਕਟਰਾਂ ਦਾ ਮਨੋਬਲ ਕਿਤੇ ਡਿੱਗਦਾ ਵੀ ਆ ਤਾਂ ਸਮਾਜ ਦੀ ਵੀ ਇਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਆਪਾਂ ਜ਼ਿੰਮੇਵਾਰੀ ਬਣਦੀ ਉਹਨਾਂ ਦੇ ਨਾਲ ਜਾ ਕੇ ਖੜਨ। ਜੀ ਜੀ ਵੀਰ ਜੀ, ਜੋ ਹੁਣੇ ਜਦੋਂ ਆਪਾਂ ਗੱਲ ਕੀਤੀ ਆ ਕਿ ਇਕਜੁੱਟ ਹੋ ਕੇ ਜਿਹੜਾ ਇਸ ਸਮੱਸਿਆ ਦਾ ਸਾਹਮਣਾ ਕਰਨ ਦਾ ਵੇਲਾ ਆ, ਤੇ ਕੱਲ ਵੀਰ ਜੀ ਆਪਾਂ ਗੱਲ ਕੀਤੀ ਸੀਗੀ ਕਿ ਜਿਹੜੇ ਹੋਰ ਦੇਸ਼ਾਂ ਤੋਂ ਜਾਂ ਹੋਰ ਮੁਲਕਾਂ ਵਿੱਚ ਰਹਿਣ ਵਾਲੇ ਲੋਕ ਆ ਉਹ ਵੀ ਇਸ ਔਖੀ ਘੜੀ ਵਿੱਚ ਭਾਰਤ ਇੰਡੀਆ ਦੇ ਨਾਲ ਮੋਢਾ ਲਾ ਕੇ ਖੜੇ ਆ ਤੇ ਆਪਣਾ ਬਣਦਾ ਜਿਹੜਾ ਉਹ ਯੋਗਦਾਨ ਪਾ ਰਹੇ, ਚਾਹੇ ਫਿਰ ਆਕਸੀਜਨ ਦੀ ਕਮੀ ਹੋਵੇ ਜਾਂ ਫਿਰ ਇਲਾਜ ਵਾਲੇ ਜਿਹੜੇ ਇਲਾਜ ਲਈ ਪੈਸਿਆਂ ਦੀ ਕਮੀ ਹੋਵੇ। ਤੇ ਉੱਥੇ ਹੀ ਆਪਾਂ ਕੱਲ ਹੀ ਗੱਲ ਕੀਤੀ ਸੀ ਕਿ ਸਾਡੇ ਦੇਸ਼ ਦੇ ਵੀ ਜਿਹੜੇ ਸਫਲ ਲੋਕ ਆ, ਜਿਹੜੇ ਸੈਲੀਬ੍ਰਿਟੀਜ਼ ਆ, ਜਿਨ੍ਹਾਂ ਦੇ ਕੋਲ ਪਰਮਾਤਮਾ ਦੀ ਮਿਹਰ ਨਾਲ ਕੋਈ ਕਮੀ ਨਹੀਂ ਆ, ਉਹਨਾਂ ਨੂੰ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਆ। ਤੇ ਇਹੀ ਖਬਰ ਆ ਰਹੀ ਹੈ ਕਿ ਹੁਣ ਜਿਹੜਾ ਇੱਕ ਵਿਰਾਟ ਕੋਹਲੀ ਆਪਣਾ ਕ੍ਰਿਕਟਰ ਆ ਇੰਡੀਆ ਦਾ, ਤੇ ਉਹਨਾਂ ਦੀ ਜਿਹੜੀ ਵਾਈਫ ਆ, ਇੱਕ ਸਫਲ ਜਿਹੜੀ ਅਦਾਕਾਰਾ ਆ ਅਨੁਸ਼ਕਾ ਸ਼ਰਮਾ, ਕਿ ਉਹਨਾਂ ਨੇ ਵੀ 2 ਕਰੋੜ ਰੁਪਏ ਜਿਹੜੇ ਆ ਉਹ ਦਾਨ ਕੀਤੇ ਆ ਇਸੇ ਕਰੋਨਾ ਕਾਲ ਦੇ ਵਿੱਚ ਆਪਣੇ ਲੋਕਾਂ ਦੇ ਲਈ। ਸੋ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਥੋੜੀ ਜਿਹੀ ਜਾਣਕਾਰੀ ਦਿਓ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਪਰ ਇੱਥੇ ਕਮਾਲ ਦੀ ਗੱਲ ਇਹ ਆ, ਤੁਸੀਂ ਕਰੈਕਟਰਾਂ ਦੀ ਗੱਲ ਕੀਤੀ ਆ। ਇਹਨਾਂ ਨੇ ਸਾਡੇ ਮੁਲਕ ਦੇ ਹਾਲਾਤ ਤਾਂ ਇਹ ਆ ਵੀ ਇਹਨਾਂ ਨੇ ਤਾਂ IPL ਸ਼ੁਰੂ ਕਰ ਲਿਆ ਸੀਗਾ, ਉਹ ਬੰਦ ਤਾਂ ਕੀਤਾ ਵੀ ਜਿਹੜੇ ਸੈਲੀਬ੍ਰਿਟੀ ਆ ਇਹ ਚਲੇ ਗਏ ਆ। ਇੱਥੋਂ ਤੱਕ ਵੀ ਖਬਰਾਂ ਆਈਆਂ ਵੀ ਬਹੁਤ ਸਾਰੇ IPL ਮੈਚਾਂ ਦੇ ਜਿਹੜੇ ਖਿਡਾਰੀ ਸੀ ਉਹ ਕੋਰੋਨਾ ਪੋਜ਼ਿਟਿਵ ਹੋ ਗਏ ਸੀ। ਇਹ ਮਤਲਬ ਉਹਨਾਂ ਨੂੰ ਇਸ ਤਰ੍ਹਾਂ ਦਿਖਾਉਣਾ ਚਾਹੁੰਦੇ ਸੀਗੇ ਵੀ ਇਹ ਸ਼ਾਇਦ ਕਿਸੇ ਦੇ ਸੱਟ ਲੱਗ ਗਈ ਜਾਂ ਕੋਈ ਇਸ ਤਰ੍ਹਾਂ ਹੋ ਗਿਆ ਉਹਨਾਂ ਨੂੰ। ਪਰ ਇਹਦੇ ਵਿੱਚ ਕਿਹਾ ਜਾਂਦਾ ਵੀ ਬਹੁਤ ਸਾਰੇ ਕਰੈਕਟਰਾਂ ਨੇ ਜਿਹੜਾ ਜਵਾਬ ਦੇ ਦਿੱਤਾ, ਤਾਂ ਉਦੋਂ ਬਾਅਦ ਹੀ ਇਹਨਾਂ ਨੂੰ ਜਿਹੜਾ ਇਹ IPL ਆ ਇਹ ਕਰਾਉਣਾ ਪਿਆ। ਸੋ ਦੋਨੇ ਤਰ੍ਹਾਂ ਦੀਆਂ ਗੱਲਾਂ ਨੇ। ਦੇਖੋ IPL ਪਿਛਲੇ ਦਿਨਾਂ ਦੀ ਵਜ੍ਹਾ ਚੱਲਦਾ, ਹਰ ਸਾਲ ਹੀ ਚੱਲਦਾ, ਕਰੋੜਾਂ ਰੁਪਏ ਦੇ ਸੱਟਾ ਲੱਗਦਾ ਜਾਂ ਇਹਦੇ ਨਾਲ ਕਰੋੜਾਂ ਰੁਪਇਆ ਕਮਾਈ ਕੀਤੀ ਜਾਂਦੀ ਹੈ। ਜਿਹੜਾ ਇਹ ਵੀ ਇਸ ਵੇਲੇ ਜਿਹੜਾ ਆਪਾਂ ਦੇਖਦੇ ਆਂਗੇ ਉਹ ਲੋਕ ਜਿਹੜੇ ਇਸ ਤਰ੍ਹਾਂ ਦੇ ਇਵੈਂਟ ਦੇ ਉੱਪਰ ਇਸ ਤਰ੍ਹਾਂ ਦੇ ਪੈਸਾ ਖਰਚਦੇ ਨੇ, ਉਹਨਾਂ ਨੂੰ ਹੁਣ ਜ਼ਰੂਰਤ ਹੈ। ਸੋ ਇਹ ਵਿਰਾਟ ਕੋਹਲੀ ਤੇ ਉਹਨਾਂ ਦੀ ਜਿਹੜੀ ਪਤਨੀ ਆ ਉਹਨਾਂ ਦਾ ਬਹੁਤ ਵਧੀਆ ਉਦਮ ਹੈਗਾ। ਹੋਰ ਵੀ ਸਾਡੇ ਜਿਹੜੇ ਨਿੱਕੇ ਪੁੱਜੇ ਕਰੈਕਟਰ ਨੇ ਉਹਨਾਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ। ਖਾਸ ਕਰਕੇ ਜਿਹੜੇ ਸਾਡੇ ਭਾਰਤ ਨਾਲ ਨੇ, ਜਿਵੇਂ ਭਾਰਤ ਦੇ ਸੈਲੀਬ੍ਰਿਟੀ ਨੇਗੇ, ਇਹ ਕਿਹਾ ਜਾਂਦਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਬਾਕੀ ਕਰੈਕਟਰਾਂ ਨੂੰ ਵੀ ਇਹਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਉਣਾ ਚਾਹੀਦਾ। ਫਿਲਮੀ ਅਦਾਕਾਰ ਹੈ ਜਿਹੜੇ ਉਹਨਾਂ ਨੂੰ ਪਾਉਣਾ ਚਾਹੀਦਾ, ਜਿਵੇਂ ਸੋਨੂ ਸੂਦ ਨੇ ਪਿਛਲੇ ਸਮੇਂ ਦੌਰਾਨ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ। ਉਹਨਾਂ ਦੀ ਚਰਚਾ ਵੀ ਹੋਈ ਹੈਗੀ, ਜਿਹੜਾ ਉਹਨਾਂ ਨੇ ਕਰੋਨਾ ਕਾਲ ਦੇ ਦੌਰਾਨ ਮਜ਼ਦੂਰਾਂ ਨੂੰ ਘਰੋਂ ਘਰੀ ਪਹੁੰਚਾਉਣ ਦੇ ਲਈ ਜਿਹੜੇ ਸੜਕਾਂ ਤੇ ਤੁਰੇ ਜਾਂਦੇ ਸੀਗੇ, ਉਹਨਾਂ ਦੇ ਲਈ ਜਿਹੜੇ ਵਾਹਨ ਮੁਹੱਈਆ ਕਰਵਾਏ ਨੇ। ਹੋਰ ਵੀ ਉਹਨਾਂ ਨੇ ਇਸ ਪਾਸੇ ਵੱਲ ਧਿਆਨ ਦਿੱਤਾ। ਅੱਜ ਵੀ ਮਤਲਬ ਜ਼ਰੂਰਤ ਬਣਦੀ ਆ ਸਾਡੇ ਜਿਹੜੇ ਸੈਲੀਬ੍ਰਿਟੀ ਨੇ, ਖਿਡਾਰੀ ਨੇ, ਉਹਨਾਂ ਦੇ ਨਾਲ ਜਿਹੜੇ ਅਦਾਕਾਰ ਨੇ, ਜਿਨ੍ਹਾਂ ਕੋਈ ਕਰੋੜਾਂ ਰੁਪਇਆ ਟੈਕਸ ਭਰਦੇ ਨੇਗੇ, ਜਿਨ੍ਹਾਂ ਨੂੰ ਵੱਡੀ ਆਮਦਨ ਹੈਗੀ, ਉਹਨਾਂ ਨੂੰ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ ਜੀ। ਵੀਰ ਜੀ, ਸੋ ਇਹਦੇ ਜਿੱਥੇ ਇੱਕ ਚਿੰਤਾ ਦਾ ਵਿਸ਼ਾ ਆ ਜਿਹੜੀਆਂ ਸਿਹਤ ਸਹੂਲਤਾਂ ਆ ਜਾਂ ਇਸ ਕਰੋਨਾ ਦੀ ਬਿਮਾਰੀ ਦੇ ਨਾਲ ਲੜਨ ਲਈ ਕਹੀਏ ਕਿ ਡਾਕਟਰਸ ਨੂੰ ਉਹ ਸਹੂਲਤਾਂ ਜਾਂ ਉਹਨਾਂ ਦੇ ਕੋਲ ਇਕਵਿਪਮੈਂਟਸ ਨਹੀਂ ਹੈਗੇ ਜਿਨ੍ਹਾਂ ਦੀ ਉਹਨਾਂ ਨੂੰ ਜ਼ਰੂਰਤ ਆ। ਤੇ ਉੱਥੇ ਵੀਰ ਜੀ ਦੂਸਰੀ ਚਿੰਤਾ ਦਾ ਵਿਸ਼ਾ ਜਿਹੜੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋ ਰਹੀ ਆ, ਉਹਨਾਂ ਬਾਰੇ ਵੀ ਆਪਾਂ ਜ਼ਰੂਰ ਗੱਲ ਕਰਨੀ ਹੈ ਕਿ ਉਹ ਵੀ ਇੱਕ ਬਹੁਤ ਹੀ ਦੁੱਖ ਵਾਲੀ ਗੱਲ ਆ। ਪਰ ਉੱਥੇ ਹੀ ਅੱਗੇ ਤਾਂ ਸੀਗਾ ਕਿ ਚਲੋ ਕਿਸੇ ਨੇ ਬੇਅਦਬੀ ਕੀਤੀ, ਹੁਣ ਇੱਕ ਹੋਰ ਮਾੜੀ ਖਬਰ ਆ ਰਹੀ ਆ ਕਿ ਨਵਾਂ ਸ਼ਹਿਰ ਸਾਈਡ ਜਿਹੜੇ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆ, ਉੱਥੇ ਇੱਕ ਸ਼ਾਰਟ ਸਰਕਟ ਕਰਕੇ ਜਿਹੜੇ ਆ ਉਹ ਅਗਨ ਭੇਂਟ ਹੋ ਗਏ ਆ। ਸੋ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਅਪਡੇਟ ਦਿਓ ਸਾਡੇ ਦਰਸ਼ਕਾਂ ਨੂੰ। ਜੀ ਵੀਰ ਜੀ, ਕੋਈ ਨਵਾਂ ਸ਼ਹਿਰ ਦੇ ਨੇੜੇ ਬੰਗਾ ਦੇ ਨਜ਼ਦੀਕ ਪਿੰਡ ਪੈਂਦਾ ਸੁਖਾਰਾਂ, ਇੱਥੇ ਬਿਜਲੀ ਦਾ ਸ਼ਾਰਟ ਸਰਕਟ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਂਟ ਹੋ ਜਾਣ ਦਾ ਸਮਾਚਾਰ ਮਿਲਿਆਗਾ। ਤੇ ਪ੍ਰਬੰਧਕਾਂ ਵੱਲੋਂ ਜਾਣਕਾਰੀ ਮਿਲੀ ਹੈ ਵੀ ਇਹ ਪਾਲਕੀ ਸਾਹਿਬ ਦੇ ਨਾਲ ਲੱਗਿਆ ਹੋਇਆ ਪੱਖਾ ਇੱਕ ਉਹਦੇ ਵਿੱਚ ਸ਼ਾਰਟ ਸਰਕਟ ਹੋਇਆ ਤੇ ਪੱਖੇ ਤੋਂ ਜਿਹੜੀ ਅੱਗ ਹੈ ਅੱਗੇ ਫੈਲ ਗਈ। ਸੋ ਇਹ ਇੱਕ ਘਟਨਾ ਨਹੀਂ ਹੈ, ਅਜਿਹੀਆਂ ਘਟਨਾ ਲਗਾਤਾਰ ਹੋ ਰਹੀਆਂ ਨੇਗੀਆਂ ਬਲਵਿੰਦਰ। ਇਹ ਸਮੇਂ ਦੌਰਾਨ, ਪਿਛਲੇ ਸਮੇਂ ਦੌਰਾਨ ਦੇਖ ਲਓ ਤੁਸੀਂ ਕਿੰਨੀਆਂ ਘਟਨਾਵਾਂ ਨੇ ਜਿਹੜੀਆਂ ਲਗਾਤਾਰ ਇਸ ਤਰ੍ਹਾਂ ਦੀਆਂ ਹੋ ਰਹੀਆਂ ਨੇਗੀਆਂ। ਸੋ ਇਹ ਬੜੀ ਮੰਦਭਾਗੀ ਗੱਲ ਹੈਗੀ। ਔਰ ਇਹਦੇ ਵਿੱਚ ਜਿਹੜਾ ਦੇਖਣ ਵਾਲੀ ਗੱਲ ਇਹ ਹੈ
ਵੀ ਅਸੀਂ ਸਾਬਤ ਨਹੀਂ ਲੈਂਦੇ। ਜ਼ਿੰਮੇਵਾਰ ਕੌਣ ਹੈਗਾ? ਜ਼ਿੰਮੇਵਾਰ ਇਹਦੇ ਲਈ ਪ੍ਰਬੰਧਕ ਕਮੇਟੀ ਹੈ, ਤੇ ਪ੍ਰਬੰਧਕ ਕਮੇਟੀ ਤੋਂ ਵੀ ਅੱਗੇ ਜਦੋਂ ਅਸੀਂ ਜਾਂਦੇ ਹਾਂ ਨਾ, ਕਿੰਨੇ ਕਿੰਨੇ ਗੁਰਦੁਆਰਾ ਸਾਹਿਬਾਨ ਬਣਾਏ ਆ। ਜੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋਵੇ ਤਾਂ ਉਹਦੀ ਚੰਗੀ ਤਰ੍ਹਾਂ ਮਤਲਬ ਉਹਦੀ ਦੇਖਭਾਲ ਹੋ ਸਕਦੀ ਹੈਗੀ। ਹੁਣ ਗੁਰਦੁਆਰੇ ਤਾਂ ਇਸ ਤਰ੍ਹਾਂ ਬਣਾਇਆ ਵੀ ਗੁਰਦੁਆਰੇ ਅੱਡੋ ਅੱਡੀ ਪਿੰਡ ਦੇ ਵਿੱਚ 10 ਗੁਰਦੁਆਰੇ ਬਣਾਈ ਬੈਠੇ ਆ। ਸਿਰਫ ਉੱਥੇ ਸਵੇਰੇ ਸ਼ਾਮ ਪ੍ਰਕਾਸ਼ ਕਰਨ ਜਾਂ ਮਤਲਬ ਸ਼ਾਮ ਨੂੰ ਸੁੱਖ ਹਾਸਲ ਕਰਨ ਵੇਲੇ ਗ੍ਰੰਥੀ ਸਿੰਘ ਜਾਂਦੇ ਆ, ਸਾਰਾ ਦਿਨ ਗੁਰਦੁਆਰਾ ਸਾਹਿਬ ਬੰਦ ਰਹਿੰਦੇ ਨੇ। ਤੇ ਜਿੱਥੇ ਕੋਈ ਮਤਲਬ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਨਾ, ਇਹ ਬਹੁਤ ਇਹੋ ਜਿਹੀਆਂ ਘਟਨਾਵਾਂ ਇਹਦੇ ਕਾਰਨ ਹੀ ਹੁੰਦੀਆਂ ਨੇਗੀਆਂ। ਅਸੀਂ ਜਦੋਂ ਮੰਨਦੇ ਆ ਵੀ ਜਾਗਤ ਜੋਤ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਬਹੁਤ ਸਾਰੇ ਲਾਏ ਹੁੰਦੇ ਆ, ਬਹੁਤ ਜਗ੍ਹਾ ਅਸੀਂ ਉਸ ਤਰ੍ਹਾਂ ਦੀਆਂ ਸੁੱਖ ਸੁਵਿਧਾਵਾਂ ਦਿੰਦੇ ਆ ਜਿਹੇ ਜਿਹੀਆਂ ਅਸੀਂ ਆਪ ਸੁੱਖ ਸੁਵਿਧਾਵਾਂ ਦੇ ਵਿੱਚ ਰਹਿ ਰਹੇ। ਅਸੀਂ ਚਾਹੁੰਦੇ ਵੀ ਸਾਡਾ ਗੁਰੂ ਵੀ ਉਹੀ ਜਿਹਾ ਸੁੱਖ ਸੁਵਿਧਾਵਾਂ ਦੇ ਵਿੱਚ ਰਹੇ ਜਦੋਂ ਅਸੀਂ ਜਾਗਤ ਗੁਰੂ ਮੰਨਦੇ ਆ। ਪਰ ਉੱਥੇ ਇੱਕ ਸੇਵਾਦਾਰ ਦਾ ਹੋਣਾ ਵੀ ਜ਼ਰੂਰੀ ਆ। ਹੁਣ ਏਸੀ ਲਾ ਕੇ ਛੱਡੇ ਆਉਂਦੇ ਆ ਜਾਂ ਇਸ ਤਰ੍ਹਾਂ ਪੱਖੀਆਂ ਚੱਲਦੀਆਂ ਛੱਡੀਆਂ ਜਾਂਦੀਆਂ ਨੇ, ਤੇ ਬਾਅਦ ਦੇ ਵਿੱਚ ਖੁਦਾ ਨਾ ਖਾਸਤਾ ਜਿਸ ਤਰ੍ਹਾਂ ਭਾਣਾ ਵਾਪਰਿਆਗਾ, ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ। ਜੋ ਇਹਦੇ ਲਈ ਜਿੱਥੇ ਅਸੀਂ ਲੱਖਾਂ ਰੁਪਏ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਤੇ ਲਾਉਣੇ ਆ, ਉਹਦੀ ਬਜਾਏ ਸਾਨੂੰ ਜਿਹੜਾ ਹੈਗਾ ਉਹਦੇ ਪ੍ਰਬੰਧਾਂ ਵੱਲ ਵੀ ਧਿਆਨ ਦੇਣਾ ਚਾਹੀਦਾ। ਇੱਕ ਸੇਵਾਦਾਰ ਜਿਹੜਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ 24 ਘੰਟੇ ਹਾਜ਼ਰ ਰਹੇ, ਉਸ ਤਰ੍ਹਾਂ ਦੇ ਪ੍ਰਬੰਧ ਆ ਜਿਹੜੇ ਉਹ ਕਰਨੇ ਬਣਦੇ ਨੇਗੇ। ਪਰ ਇੱਥੇ ਉਹ ਉਲਟ ਹੈਗਾ। ਅਸੀਂ ਕਹਿੰਦੇ ਤਾਂ ਜਿਹੜੇ ਗ੍ਰੰਥੀ ਸਿੰਘ ਆ ਉਹਨੂੰ ਗੁਰੂ ਦਾ ਵਜ਼ੀਰ ਕਹਿੰਦੇ ਆ, ਗੁਰੂ ਦਾ ਵਜ਼ੀਰ ਕਹਿ ਕੇ ਸੰਬੋਧਨ ਕਰਦੇ ਆ, ਤੇ ਪਰ ਉਹ ਹਾਲਾਤ ਇਹ ਜਿਹਾ ਵੀ ਪ੍ਰਧਾਨ ਦੇ ਪੈਰੀ ਹੱਥ ਲਾਉਂਦਾ। ਉਹਦੀ ਜਿਹੜੀ ਹਾਲਤ ਆ ਉਹ ਚੌਥਾ ਦਰਜਾ ਮੁਲਾਜ਼ਮ ਵਾਲੀ ਕਰ ਰੱਖੀ ਹੈਗੀ, ਘੱਟ ਤਨਖਾਹਾਂ ਤੇ ਰੱਖੀ ਆ। ਗੁਰਦੁਆਰਾ ਬਹੁਤ ਅਲੀਸ਼ਾਨ ਬਣਾ ਲੈਂਦੇ ਆ, ਤੇ ਜਦੋਂ ਗ੍ਰੰਥੀ ਜਾਂ ਸੇਵਾਦਾਰਾਂ ਦੀ ਗੱਲ ਆਉਂਦੀ ਆ ਉਦੋਂ ਹੁੰਦਾ ਵੀ ਘੱਟ ਤੋਂ ਘੱਟ ਤਨਖਾਹ ਵਾਲਾ ਮਿਲੇ, ਉਹਨੂੰ ਰੱਖਿਆ ਜਾਵੇ। ਸੋ ਇਹ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਨੇ ਵੀ ਜਿੱਥੇ ਪਿੰਡ ਦੇ ਵਿੱਚ ਇੱਕੋ ਹੀ ਗੁਰਦੁਆਰਾ ਸਾਹਿਬਾਨ ਹੋਵੇ ਔਰ ਉਹਦੇ ਵਿੱਚ ਚੰਗੇ ਗ੍ਰੰਥੀ ਸਿੰਘ ਹੋਣ, ਸੇਵਾਦਾਰ ਪੱਕੇ ਤੌਰ ਤੇ ਹੋਣ, ਤੇ ਉਹ ਫੇਰ ਜਿਹੀਆਂ ਘਟਨਾਵਾਂ ਜਿਹੜੀਆਂ ਉਹਨੂੰ ਰੁਕ ਸਕਦਾ। ਤੇ ਇਹਦੇ ਨਾਲ ਇਹ ਵੀ ਗੱਲ ਕਰਨੀ ਚਾਹੀਦੀ, ਜਿਹੜੇ ਪ੍ਰਬੰਧਕ ਕਮੇਟੀਆਂ ਨੇਗੀਆਂ ਉਹਨਾਂ ਨੂੰ ਜ਼ਰੂਰ ਜ਼ਿੰਮੇਵਾਰ ਠਹਿਰਾ ਕੇ ਉਹਨਾਂ ਨੂੰ ਕੋਈ ਨਾ ਕੋਈ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਤਾਂ ਕਿ ਅੱਗੇ ਤੋਂ ਜਿਹੜੀਆਂ ਕਟਾਈਆਂ ਰੁਕ ਸਕਣ। ਜੀ ਵੀਰ ਜੀ। ਵੀਰ ਜੀ, ਜਾਂਦੇ ਜਾਂਦੇ ਹੁਣ ਆਪਾਂ ਇੱਕ ਖਬਰ ਲੈਣੀ ਕਿ ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਆ ਵਧਣ ਦੀਆਂ ਖਬਰਾਂ ਆ ਰਹੀਆਂ ਆ, ਉਹ ਵੀ ਜ਼ਰੂਰ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾ ਕੇ ਜਾਓ ਕਿ ਕਿੰਨਾ ਵਾਧਾ ਪੈਟਰੋਲ ਦੀ ਕੀਮਤ ਦੇ ਵਿੱਚ ਹੋ ਰਿਹਾ ਆ। ਬਿਲਕੁਲ ਜੀ, ਇਹ ਕਹਿੰਦੇ ਆ ਵੀ 5 ਰੁਪਏ ਦੇ ਕਰੀਬ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਵਧਣ ਦੇ ਆਸਾਰ ਨੇਗੇ, ਤੇ 3 ਰੁਪਏ ਤੋਂ ਉੱਪਰ ਜਿਹੜਾ ਡੀਜ਼ਲ ਦਾ ਰੇਟ ਵੱਧ ਸਕਦਾ ਪ੍ਰਤੀ ਲੀਟਰ। ਸੋ ਪਿਛਲੇ ਦਿਨਾਂ ਦੇ ਵਿੱਚ ਆ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਹੋਈਆਂ, ਕੁਝ ਉਹਨਾਂ ਦਿਨਾਂ ਦੇ ਵਿੱਚ ਤਾਂ ਠੱਲ ਰਹੀ ਹੈ, ਪਰ ਉਸ ਤੋਂ ਬਾਅਦ ਫਿਰ ਉਹੀ ਹਾਲਾਤ ਹੈ। 17-18 ਪੈਸੇ ਕੱਲ ਫੇਰ ਵਧਿਆ ਹੈਗਾ ਜਿਹੜਾ ਪੈਟਰੋਲ ਹੈਗਾ। ਸੋ ਪੈਟਰੋਲ 100 ਰੁਪਏ ਦੇ ਆਸ-ਪਾਸ ਪਹੁੰਚ ਚੁੱਕਿਆ, ਕਈ ਰਾਜਾਂ 'ਚ ਤਾਂ 100 ਦਾ ਅੰਕੜਾ ਵੀ ਪਾਰ ਕਰ ਗਿਆ ਹੈਗਾ। ਇਹਦੇ ਵਿੱਚ ਦੇਖਣ ਵਾਲਾ ਇਹ ਗੱਲ ਹੈ ਵੀ ਇੱਕ ਪਾਸੇ ਜਿਹੜਾ ਐਜੀਟੇਸ਼ਨ ਚੱਲ ਰਿਹਾ, ਕਿਸਾਨੀ ਬਿੱਲਾਂ ਦੀ ਗੱਲ ਚੱਲ ਰਹੀ ਹੈ, ਤੇ ਦੂਸਰੇ ਪਾਸੇ ਇਹ ਜਿਹੜੀ ਮਹਿੰਗਾਈ ਆ ਇਹ ਸੜੱਪੇ ਮਾਰ ਕੇ ਅੱਗੇ ਜਾ ਰਹੀ ਹੈ, ਜਿਹਦੇ ਵੱਲ ਕਿਸੇ ਦਾ ਧਿਆਨ ਹੀ ਨਹੀਂ ਹੈਗਾ, ਜਿਹਦਾ ਜਿਉਣਾ ਲੋਕਾਂ ਦਾ ਦੁੱਭਰ ਕਰ ਰੱਖਿਆ ਹੈਗਾ। ਪੈਟਰੋਲ ਹੈ, ਬਿਜਲੀ ਹੈ, ਤੇ ਇਹਦੇ ਨਾਲ ਨਾਲ ਹੋਰ ਮਹਿੰਗਾਈ ਦੀਆਂ ਚੀਜ਼ਾਂ ਨੇ। ਅੱਜ ਪਤਾ ਲੱਗੋ ਤੁਸੀਂ ਸਰੋਂ ਦਾ ਤੇਲ ਲੈਣ ਜਾਓ 200 ਰੁਪਏ ਕਿਲੋ ਹੋ ਚੁੱਕਿਆ ਹੈਗਾ। ਸੋ ਕਿੱਥੇ ਜਾਣਗੇ ਗਰੀਬ ਲੋਕ? ਗਰੀਬ ਲੋਕ ਕਿਵੇਂ ਜਾਣਗੇ? ਇੱਕ ਪਾਸੇ ਲਾਕਡਾਊਨ, ਕੰਮ ਬੰਦ, ਤੇ ਦੂਸਰੇ ਪਾਸੇ ਮਹਿੰਗਾਈ ਹੈ ਸੜੱਪੇ ਮਾਰ ਕੇ ਜਾ ਰਹੀ ਹੈ। ਹੁਣ ਜਿਹੜੀ ਪੈਟਰੋਲ ਡੀਜ਼ਲ ਦੀ ਗੱਲ ਕਰਦੇ ਆ ਪਰਮਿੰਦਰ, ਇਹਦੇ ਚ ਤਾਂ ਮਤਲਬ ਜਿਹੜੀ ਉਹਦੀ ਕੀਮਤ ਹੈ ਓਨਾ ਹੀ ਦੋਨਾਂ ਸਰਕਾਰਾਂ ਦਾ ਟੈਕਸ ਲੱਗ ਜਾਂਦਾ ਹੈਗਾ, ਕੇਂਦਰ ਸਰਕਾਰ ਦਾ ਔਰ ਜਿਹੜੀ ਸੂਬਾ ਸਰਕਾਰ ਆ ਉਹਦਾ ਟੈਕਸ ਹੀ ਬਹੁਤ ਜ਼ਿਆਦਾ ਹੈਗਾ। ਸੋ ਇਹ ਸਰਕਾਰਾਂ ਮਤਲਬ ਦਿਖਾਉਂਦੀਆਂ ਕੁਝ ਹੋਰ ਹੈ, ਲੋਕਾਂ ਨੂੰ ਹਮਦਰਦੀ ਦੀ ਗੱਲ ਕਰਦੀਆਂ, ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕਰਦੀਆਂ ਨੇ। ਤੇ ਜਿਵੇਂ ਕਿਹਾ ਜਾਂਦਾ ਹੁੰਦਾ, ਇੱਕ ਕਾਰਟੂਨ ਹੁੰਦਾ, ਦੇਖਿਆ ਮੈਂ ਕਿਸੇ ਪੇਪਰ ਦੇ ਵਿੱਚ, ਵੀ ਉਹ ਉੱਪਰੋਂ ਤਾਂ 5 ਰੁਪਏ ਦਾ ਨੋਟ ਦਿਖਾ ਰਿਹਾ, ਤੇ ਉਹ ਜਦੋਂ ਉਹਦੀ ਨਿਗਾਹ 5 ਰੁਪਏ ਦੇ ਨੋਟ ਵੱਲ ਆਮ ਆਦਮੀ ਤੇ ਥੱਲੇ ਦੇ 10 ਰੁਪਏ ਉਹਦੀ ਜੇਬ ਦੇ ਵਿੱਚੋਂ ਕੱਢੇ ਜਾ ਰਹੇ ਨੇ। ਸੋ ਅਜਿਹੇ ਹਾਲਾਤ ਹੈ ਜਿਹੜੇ ਇਹ ਬਣੇ ਹੋਏ ਨੇ। ਸਰਕਾਰ ਹੈ ਜਿਹੜੀ ਲੁੱਟ ਸਰਕਾਰਾਂ ਨੇ ਮਚਾਈ ਹੋਈ ਹੈ ਜ਼ਿਆਦਾ। ਜੀ ਬਿਲਕੁਲ। ਸੋ ਚਿੰਤਾ ਦੇ ਸਾਰੇ ਹੀ ਵਿਸ਼ੇ ਬਣੇ ਹੋਏ, ਚਾਹੇ ਮਹਿੰਗਾਈ ਆ, ਚਾਹੇ ਕਰੋਨਾ ਆ, ਚਾਹੇ ਲੋਕਾਂ ਦੇ ਜਿਹੜੇ ਕੰਮਕਾਜ ਆ, ਕਾਰੋਬਾਰ ਨੂੰ ਲੈ ਕੇ, ਸਾਰੇ ਪਾਸੇ ਹੀ ਸਾਨੂੰ ਚਿੰਤਾ ਵਾਲੇ ਜਿਹੜੀਆਂ ਗੱਲਾਂ ਜਾਂ ਖਬਰਾਂ ਸੁਣਨ ਨੂੰ, ਦੇਖਣ ਨੂੰ ਮਿਲਦੀਆਂ ਆ। ਪਰ ਅਸੀਂ ਇਹੀ ਅਪੀਲ ਕਰਦੇ ਹਾਂ ਔਰ ਇਹੀ ਸਾਡੀ ਦਿਲੀ ਇੱਛਾ ਆ ਕਿ ਸਾਡੀਆਂ ਸਰਕਾਰਾਂ ਇਹਨਾਂ ਸਾਰੇ ਹੀ ਵਿਸ਼ਿਆਂ ਦੇ ਉੱਪਰ ਇੱਕ ਵਾਰੀ ਬਹੁਤ ਧਿਆਨ ਨਾਲ ਵਿਚਾਰ ਕਰਨ, ਚਰਚਾ ਕਰਨ
ਤਾਂ ਕਿ ਆਮ ਲੋਕ ਜਿਹੜੇ ਆ ਉਹ ਵੀ ਸੁੱਖ ਦਾ ਸਾਹ ਲੈ ਸਕਣ। ਇਹ ਕੁਦਰਤੀ ਆਫਤ ਆ ਜਿਹੜੀ, ਆਪਾਂ ਕਰੋਨਾ ਦੀ ਮਹਾਮਾਰੀ ਦੀ ਗੱਲ ਕਰਦੇ ਆ, ਪਰ ਜਿਹੜੀ ਮਹਿੰਗਾਈ ਆ ਉਹ ਕੁਦਰਤ ਵੱਲੋਂ ਨਹੀਂ ਕੀਤੀ ਗਈ ਆ, ਉਹ ਸਾਡੀਆਂ ਸਰਕਾਰਾਂ ਦੀਆਂ ਹੀ ਗਲਤੀਆਂ ਜਾਂ ਚਾਲਾਂ ਆ ਜਾਂ ਸਾਜ਼ਿਸ਼ਾਂ ਆ। ਤੇ ਅਸੀਂ ਚਾਹੁੰਦੇ ਆ ਕਿ ਹਰੇਕ ਜਿਹੜਾ ਬਾਸ਼ਿੰਦਾ ਇਸ ਧਰਤੀ ਦੇ ਉੱਪਰ ਸੁੱਖ ਚੈਨ ਤੇ ਅਮਨ ਅਮਾਨ ਨਾਲ ਆਪਣੀ ਜ਼ਿੰਦਗੀ ਜਿਹੜੀ ਆਪਣੇ ਪਰਿਵਾਰ ਦੇ ਨਾਲ ਉਹ ਖੁਸ਼ੀ-ਖੁਸ਼ੀ ਬਤੀਤ ਕਰ ਸਕੇ। ਇਹੀ ਅਰਦਾਸ ਆ ਸਾਡੀ ਅਕਾਲ ਪੁਰਖ ਦੇ ਅੱਗੇ। ਤੇ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਸਮਾਂ ਹੁੰਦਾ ਆ ਜੀ ਸਮਾਪਤ, ਤੇ ਵੇਲਾ ਆ ਗਿਆ ਆਪਣੇ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ। ਤੇ ਵੀਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਚੈਨਲ ਦੇ ਉੱਪਰ ਆਏ ਤੇ ਅਪਡੇਟ ਦੇ ਨਾਲ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣੂ ਕਰਵਾਇਆ। ਮਿਹਰਬਾਨੀ ਜੀ ਵੀਰ ਜੀ। ਪਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਜੁੜੇ ਰਹਿਣਾ ਇਦਾਂ ਹੀ ਗਰਚਾ ਪ੍ਰੋਡਕਸ਼ਨ ਟੀਵੀ ਦੇ ਨਾਲ। ਤੇ ਤੁਸੀਂ ਸਾਡਾ ਫੇਸਬੁੱਕ ਪੇਜ ਤੇ ਸਾਡਾ YouTube ਚੈਨਲ ਆ ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਤੇ ਨਾਲ ਦੀ ਨਾਲ ਸਾਨੂੰ ਕਮੈਂਟਸ ਕਰਕੇ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਾ। ਤੇ ਅਸੀਂ ਕੱਲ ਫੇਰ ਨੈਕਸਟ ਅਪਡੇਟ ਦੇ ਨਾਲ ਹਾਜ਼ਰ ਹੋਵਾਂਗੇ ਜੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਧੰਨਵਾਦ।